ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਦਰਸ਼ਕੋ, ਕਿਸਾਨੀ ਅੰਦੋਲਨ ਨੂੰ ਚੱਲਦਿਆਂ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਬੈਠਿਆਂ ਨੂੰ 1 ਸਾਲ ਹੋਣ ਵਾਲਾ ਹੈ। ਇਸ ਸਮੇਂ ਦੇ ਦੌਰਾਨ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਸਾਰੇ ਉਤਰਾਅ ਚੜ੍ਹਾਅ ਆਏ ਨੇ। ਹਾਲ ਹੀ ਦੇ ਵਿੱਚ ਲਖੀਮਪੁਰ ਖੀਰੀ ਵਿਖੇ ਜੋ ਘਟਨਾ ਵਾਪਰੀ ਹੈ ਉਸਨੇ ਬਹੁਤ ਸਾਰੇ ਲੋਕਾਂ ਦੇ ਹਿਰਦਿਆਂ ਨੂੰ ਵਲੂੰਦਰ ਕੇ ਰੱਖ ਦਿੱਤਾ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਬਾਬਤ ਹੀ ਗੱਲਬਾਤ ਕਰਾਂਗੇ ਪੰਮੀ ਸਿੱਧੂ ਸੰਧੂ ਮੈਡਮ ਹੋਰਾਂ ਦੇ ਨਾਲ। ਉਹ ਇਹ ਸਾਰੇ ਘਟਨਾਕ੍ਰਮ ਨੂੰ ਕਿਵੇਂ ਵੇਖਦੇ ਨੇ। ਮੈਡਮ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਧੰਨਵਾਦ ਜੀ, ਤੁਹਾਡਾ ਬਹੁਤ-ਬਹੁਤ ਜੀ। ਮੈਮ, ਜਿਹੜੀ ਇਹ ਘਟਨਾ ਵਾਪਰੀ ਹੈ ਹਾਲ ਹੀ ਦੇ ਵਿੱਚ ਲਖੀਮਪੁਰ ਖੀਰੀ ਵਿਖੇ, ਇਹ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਜਾਣਬੁੱਝ ਕੇ ਕੀਤੀ ਹੋਈ ਕਾਰਵਾਈ ਹੈ ਇਹ ਸਾਰੀ, ਕਿਉਂਕਿ ਮੈਂ ਉਹਨਾਂ ਦਾ ਜਿਹੜੇ ਮਿਨਿਸਟਰ ਨੇ ਮਿਸ਼ਰਾ ਸਾਹਿਬ, ਉਹਨਾਂ ਦੀ ਇੱਕ ਫੇਸਬੁੱਕ 'ਤੇ ਵੀਡੀਓ ਦੇਖੀ ਸੀਗੀ ਜਿਹਦੇ 'ਚ ਉਹਨਾਂ ਨੇ ਬਕਾਇਦਾ ਵਾਰਨ ਕੀਤਾ ਹੈ ਕਿ ਅਸੀਂ ਕੀ ਕਰ ਸਕਦੇ ਹਾਂ, ਅਤੇ ਉਹਨਾਂ ਨੇ ਬਕਾਇਦਾ ਇਸ ਜਗ੍ਹਾ ਦਾ ਨਾਮ ਵੀ ਲਿਆ ਸੀ ਉਹਦੇ ਦੇ ਵਿੱਚ। ਠੀਕ ਹੈ, ਸੋ ਉਸ ਤੋਂ ਬਾਅਦ ਹੀ ਇਹ ਸਾਰਾ ਘਟਨਾਕ੍ਰਮ ਹੋਇਆ। ਦੂਜੀ ਗੱਲ, ਜਦੋਂ ਕਿਸਾਨ ਬੜੇ ਆਰਾਮ ਨਾਲ ਸ਼ਾਂਤੀਪੂਰਵਕ ਇੰਨੇ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਅੰਦੋਲਨ ਸ਼ੁਰੂ ਹੋਇਆ ਨੂੰ, ਅਤੇ ਦਿੱਲੀ ਬੈਠਿਆਂ ਨੂੰ 1 ਸਾਲ ਹੋਣ ਵਾਲਾ ਹੈ। ਠੀਕ ਹੈ, ਉਦੋਂ ਤੋਂ ਉਹਨਾਂ ਨੇ ਹਮੇਸ਼ਾ ਕੋਸ਼ਿਸ਼ ਕੀ, ਮਤਲਬ ਪੂਰੀ ਤਰ੍ਹਾਂ ਉਹ ਸ਼ਾਂਤ ਰਹੇ। ਉਹਨਾਂ ਨੇ ਡੰਡੇ ਵੀ ਖਾਧੇ, ਉਹਨਾਂ ਨੇ ਸੱਟਾਂ ਵੀ ਖਾਧੀਆਂ, ਉਹਨਾਂ ਨੇ ਕੁੱਟਾਂ ਵੀ ਖਾਧੀਆਂ, ਉਹਨਾਂ ਦੇ ਅੱਗੇ ਕਿੱਲ ਵੀ ਵਿਛਾਏ ਗਏ, ਸਾਰਾ ਕੁਛ ਕੀਤਾ ਗਿਆ। ਪਰ ਉਸ ਦੇ ਬਾਵਜੂਦ ਮਤਲਬ ਜੋ ਕੁਛ ਕਿਸੇ ਨੂੰ ਜਿੰਨੀ ਹੱਦ ਤੱਕ ਆਪਾਂ ਉਕਸਾ ਸਕਦੇ ਹਾਂ ਉਸ ਹੱਦ ਤੱਕ ਲੋਕ ਪਹਿਲਾਂ ਵੀ ਗਏ ਨੇ, ਜਿਹੜੇ ਪੋਲੀਟੀਸ਼ੀਅਨਸ ਨੇ। ਠੀਕ ਹੈ, ਅਤੇ ਹੁਣ ਵੀ ਉਹੋ ਹੀ ਹੋਇਆ ਹੈਗਾ। ਲੋਕ ਮਤਲਬ ਮੈਂ ਉਹ ਵੀਡੀਓ ਵੀ ਦੇਖਿਆ, ਉਹ ਮਿਸ਼ਰਾ ਸਾਹਿਬ ਦਾ ਜਿਹੜਾ ਬੇਟਾ ਹੈਗਾ ਉਹਦਾ, ਕਿ ਵੀ ਉਹ ਪਿੱਛੇ ਜਿਹੜੀ ਕਾਲੀ ਉਹਦੇ ਗੱਡੀ ਜਾ ਰਹੀ ਹੈ, ਲੋਕਾਂ ਦੇ ਪਿੱਛੇ ਚੱਲ ਰਹੀ ਹੈ, ਉਹ ਪਿੱਛੋਂ ਉਹਨਾਂ ਦੇ ਉੱਤੇ ਚੜ੍ਹੇ ਆ। ਇੱਕ ਤਾਂ ਹੁੰਦਾ ਨਾ ਅਚਾਨਕ ਤੁਹਾਡਾ ਕੋਈ ਕੰਟਰੋਲ ਆਊਟ ਆਫ ਕੰਟਰੋਲ ਕੁਛ ਹੋ ਗਿਆ, ਉਹ ਕੁਛ ਨਹੀਂ ਸੀਗਾ। ਉਹ ਜਾਣਬੁੱਝ ਕੇ ਉਹਨਾਂ 'ਤੇ ਚੜ੍ਹਾਈ ਗਈ ਗੱਡੀ, ਜਿੱਥੇ ਸਾਡੇ ਬਹੁਤ ਸਾਰੇ ਮਤਲਬ ਦਿਲ ਦੁਖਦਾ ਹੈ ਇਹ ਗੱਲ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ, ਸਾਡੇ ਬੱਚੇ ਉਹ ਮਾਰੇ ਗਏ ਉੱਥੇ। 19-20 ਸਾਲ ਦੇ ਬੱਚੇ ਕੀ ਹੁੰਦੇ ਨੇ ਜਿਹੜਿਆਂ ਨੇ ਹਾਲੇ ਜਵਾਨੀ ਵੀ ਨਹੀਂ ਦੇਖੀ, ਉਹਦੇ 'ਚ ਪੈਰ ਰੱਖਿਆ ਸੀਗਾ। ਸੋ ਇਹ ਸਾਰਾ ਕੁਛ ਹੈ ਜਿਹੜਾ ਜਾਣਬੁੱਝ ਕੇ ਕੀਤਾ ਗਿਆ। ਇਹਦੀ ਪੂਰੀ ਇੱਕ ਵਜ੍ਹਾ ਹੈਗੀ ਹੈ, ਨਾਪੀ ਤੋਲੀ ਸਾਜ਼ਿਸ਼ ਹੈ ਇਹ, ਕਿ ਵੀ ਕਿਸਾਨਾਂ ਨੂੰ ਕਿਸੇ ਤਰੀਕੇ ਭੜਕਾਇਆ ਜਾਏ, ਕਿਉਂਕਿ ਇਹ ਭੜਕ ਨਹੀਂ ਰਹੇ, ਇਹ ਉੱਥੋਂ ਉੱਠ ਨਹੀਂ ਰਹੇ। ਗਵਰਨਮੈਂਟ ਨੇ ਹਰ ਤਰੀਕੇ ਦੀਆਂ ਕੋਸ਼ਿਸ਼ਾਂ ਕਰ ਲਈਆਂ। ਠੀਕ ਹੈ, ਪਰ ਕਿਸਾਨ ਉੱਥੋਂ ਟਸ ਤੋਂ ਮਸ ਨਹੀਂ ਹੋਏ। ਹੁਣ ਇੰਝ ਕਿ ਉਹਨਾਂ ਨੇ ਵੀ ਅਲੱਗ-ਅਲੱਗ ਕਿਸਾਨ ਅੰਦੋਲਨ ਵਾਲਿਆਂ ਦੀਆਂ ਵੀ ਅਲੱਗ-ਅਲੱਗ ਨੀਤੀਆਂ ਹੈਗੀਆਂ ਕਿ ਇਹਨਾਂ ਨੂੰ ਕਿਵੇਂ ਘੇਰਾ ਪਾਇਆ ਜਾਵੇ। ਅਸੀਂ 1 ਸਾਲ ਤੋਂ ਆਪਣਾ ਘਰ ਛੱਡ ਕੇ ਬੈਠੇ ਹਾਂ। ਸੋ ਉਹ ਚੀਜ਼ਾਂ ਨੂੰ ਦੇਖ ਕੇ ਜੋ ਕੁਛ ਚੱਲ ਰਿਹਾ ਸੀ, ਹੁਣ ਇਹਨਾਂ ਨੂੰ ਇਹ ਇਸ ਚੀਜ਼ 'ਤੇ ਉਤਾਰੂ ਹੋ ਗਏ ਕਿ ਇਹਨਾਂ ਨੂੰ ਮਾਰ ਕੁੱਟ ਕੇ, ਇਹਨਾਂ ਨੂੰ ਕੁਛ ਕਰਕੇ ਉਕਸਾ ਕੇ ਅਤੇ ਕੁਛ ਇਸ ਤਰ੍ਹਾਂ ਦਾ ਖੜਾ ਕਰ ਦਿਓ ਕਿ ਜਿਹੜਾ ਅੰਦੋਲਨ ਚੱਲ ਰਿਹਾ ਉਹਨੂੰ ਖਦੇੜ ਦਿੱਤਾ ਜਾਵੇ। ਜਿਹੜੇ ਸਾਡੇ ਬੱਚੇ, ਸਾਡੇ ਵੀਰ ਮਰੇ ਨੇ, ਉਹਨਾਂ ਤੋਂ ਧਿਆਨ ਡਾਇਵਰਟ ਕਰਨ ਲਈ ਕੋਸ਼ਿਸ਼ਾਂ ਹੋ ਰਹੀਆਂ ਨੇ। ਮਤਲਬ ਮੈਨੂੰ ਹੁਣ ਪਿੱਛੇ ਜੇ ਕੁਛ ਖਬਰ ਕੁਛ ਦਿਨਾਂ ਦੀ ਹੀ ਚੱਲ ਰਹੀ ਆ, ਜਿਹਦੇ 'ਚ ਉਹਨਾਂ ਨੇ ਸ਼ਾਹਰੁਖ ਖਾਨ ਦਾ ਜ਼ਿਕਰ ਕੀਤਾ ਹੈ ਕਿ ਉਹਦੇ ਬੇਟੇ ਦਾ ਕੋਈ ਨਾਰਕੋਟਿਕਸ ਦਾ ਕੋਈ ਪ੍ਰੋਬਲਮ ਹੋਈ ਆ। ਉਹ ਵੀ ਮੈਨੂੰ ਤਾਂ ਕਿਤੇ ਐਂ ਲੱਗਦਾ ਵੀ ਉਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਹ ਵੀ ਕਿਤੇ ਨਾ ਕਿਤੇ, ਇਹ ਤਾਂ ਨਹੀਂ ਹੈਗਾ ਕਿ ਜਾਣਬੁੱਝ ਕੇ ਕਿਸੇ ਇੱਕ ਬੰਦੇ ਨੂੰ, ਕਿਸੇ ਇੱਕ ਜਾਂ ਕੌਮ ਦੇ ਬੰਦੇ ਨੂੰ, ਕਿਸੇ ਨੂੰ ਤੁਸੀਂ ਟਾਰਗੇਟ ਕਰ ਦਿੱਤਾ। ਅਤੇ ਦੂਸਰੇ ਪਾਸੇ ਤੁਸੀਂ ਲੋਕਾਂ ਨੂੰ ਇਹ ਚਾਹੁੰਦੇ ਹੋ ਕਿ ਲੋਕ, ਕਿਉਂਕਿ ਉਹ ਹਾਈ ਪ੍ਰੋਫਾਈਲ ਕੇਸ ਹੈ ਅਤੇ ਲੋਕਾਂ ਦਾ ਧਿਆਨ ਇੱਧਰੋਂ ਚੱਕ ਕੇ ਅਸੀਂ ਉੱਧਰ ਲੈ ਜਾਈਏ, ਤਾਂ ਕਿ ਜਿਹੜਾ ਇਹ 8 ਬੰਦਿਆਂ ਦਾ ਮਰਡਰ ਹੈਗਾ ਇਹਦੇ 'ਤੇ ਲੋਕਾਂ ਦਾ ਧਿਆਨ ਬਿਲਕੁਲ ਨਾ ਜਾਏ। ਜੀ ਮੈਮ, ਉੱਥੇ ਵੱਖੋ ਵੱਖਰੇ ਰਾਜਨੇਤਾ ਜਾ ਰਹੇ ਹੈਗੇ, ਤੁਹਾਨੂੰ ਕੀ ਲੱਗਦਾ ਹੈਗਾ ਆ ਕਿ ਜੋ ਇਹ ਸਾਰੇ ਜਾ ਰਹੇ ਹੈਗੇ ਆ, ਇਹਨਾਂ ਦੀ ਮਨਸ਼ਾ ਕੀ ਹੋ ਸਕਦੀ ਹੈ? ਇਹ ਜਿਹੜਾ ਹੈ ਉਸ ਥਾਂ ਦੇ ਉੱਤੇ ਕਿਸ ਪਰਪਸ ਲਈ ਜਾ ਰਹੇ ਹੈਗੇ ਆ? ਦੇਖੋ, ਜਿਹੜੇ ਰਾਜਨੀਤਿਕ ਲੋਕ ਹੁੰਦੇ ਆ ਨਾ, ਇਹਨਾਂ ਦਾ ਕੰਮ ਹੁੰਦਾ ਹੈ ਕਿ ਜਿੱਥੇ ਵੀ ਕੁਛ ਇਸ ਤਰ੍ਹਾਂ ਦਾ ਹੋ ਰਿਹਾ, ਜਿੱਥੇ ਆਪਣੀਆਂ ਰੋਟੀਆਂ ਸੇਕੀਆਂ ਜਾ ਸਕਦੀਆਂ ਉੱਥੇ ਆਪਣੀਆਂ ਰੋਟੀਆਂ ਸੇਕੋ। ਅਦਰਵਾਈਜ਼ ਮੈਂ ਇਹ ਨਹੀਂ ਕਹਿੰਦੀ ਕਿ ਉੱਥੇ ਸਿੱਧੂ ਨਹੀਂ ਜਾ ਸਕਦਾ, ਇਹ ਨਹੀਂ ਮੈਂ ਕਹਿੰਦੀ ਕਿ ਉੱਥੇ ਪ੍ਰਿਯੰਕਾ ਨਹੀਂ ਜਾ ਸਕਦੀ, ਇਹ ਨਹੀਂ ਮੈਂ ਕਹਿੰਦੀ ਕਿ ਉੱਥੇ ਸੁਖਬੀਰ ਸਿੰਘ ਬਾਦਲ ਨਹੀਂ ਜਾ ਸਕਦੇ। ਮਤਲਬ ਹਰ ਬੰਦਾ ਉੱਥੇ ਜਾਣ ਦਾ ਹੱਕ ਹੈ ਤੁਹਾਨੂੰ, ਸਾਰੇ ਜਾ ਸਕਦੇ ਆ, ਸਾਰੇ ਪਾਰਟੀਆਂ ਦੇ ਬੰਦੇ ਜਾ ਸਕਦੇ ਆ। ਪਰ ਤੁਸੀਂ ਇੱਕ ਪਾਰਟੀ ਦੇ ਝੰਡੇ ਥੱਲੇ ਕਿਉਂ ਜਾ ਰਹੇ ਹੋ? ਤੁਸੀਂ ਕਿਉਂ ਨਹੀਂ ਉੱਥੇ ਸਾਰੇ ਕਿਸਾਨੀ ਝੰਡੇ ਲਾ ਕੇ ਜਾ ਰਹੇ? ਤੁਸੀਂ ਕਿਉਂ ਉੱਥੇ ਆਪਣੀ ਆਇਡੈਂਟੀਟੀ ਜਾ ਕੇ ਇੱਕ ਐਕਸਪ੍ਰੈਸ ਕਰਨਾ ਚਾਹੁੰਦੇ ਹੋ ਕਿ ਮੈਂ ਫਲਾਂ ਪਾਰਟੀ ਦਾ ਚੀਫ ਇੱਥੇ ਪਹੁੰਚਿਆ? ਕਿਉਂ ਨਹੀਂ ਸਿਰਫ ਉੱਥੇ ਇੱਕ ਸਾਦੇ ਰੂਪ ਦੇ ਵਿੱਚ ਤੁਸੀਂ ਆਪਣੇ, ਜਿਹਦਾ ਬਾਕੀ ਜਗ੍ਹਾ 'ਤੇ ਤੁਸੀਂ ਵਰਕਰਸ ਨੂੰ ਤਾਂ ਇਕੱਠੇ ਕਰਕੇ ਪੈਸੇ ਦੇ ਕੇ ਵੀ ਲੈ ਜਾਂਦੇ ਹੋ, ਉਹ ਤਾਂ ਲੋਕਾਂ ਦਾ ਮਸਲਾ, ਉਹ ਇੱਕ ਜਮਾਤ ਦਾ ਮਸਲਾ ਨਹੀਂ ਹੈ। ਸਾਨੂੰ ਇਹ ਵੀ ਸਮਝਣਾ ਪਊਗਾ, ਉਹ ਇਕੱਲੇ ਕਿਸਾਨਾਂ ਦਾ, ਇਕੱਲੇ ਮਜ਼ਦੂਰਾਂ ਦਾ ਇਹਨਾਂ ਦਾ ਮਸਲਾ ਨਹੀਂ ਹੈ, ਜਾਂ ਇਹਨਾਂ ਦੇ ਵਿੱਚ ਆੜ੍ਹਤੀ ਮੀਡੀਏਟਰਸ ਉਹਨਾਂ ਦਾ ਮਸਲਾ ਨਹੀਂ ਹੈ।
ਇਹ ਹਰ ਬੰਦੇ ਦਾ, ਹਰ ਘਰ ਦਾ ਮਸਲਾ ਹੈ ਇਸ ਵੇਲੇ। ਤੇ ਮੈਨੂੰ ਤਾਂ ਜੇ ਮੇਰੇ ਹੀ ਕੋਈ ਮੈਨੂੰ ਪੁੱਛਿਆ ਜਾਂਦਾ ਤਾਂ ਮੈਨੂੰ ਇਹ ਲੱਗਦਾ ਹੈ ਕਿ ਮਤਲਬ ਇਸ ਵੇਲੇ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਕਿ ਜਿਹੜਾ ਇੱਕ ਤਰ੍ਹਾਂ ਦਾ ਗ੍ਰਹਿ ਯੁੱਧ, ਤੁਸੀਂ ਸਮਝਦੇ ਹੋ, ਗ੍ਰਹਿ ਯੁੱਧ ਲਵਾਉਣ ਦੀ ਤਿਆਰੀ ਹੋ ਰਹੀ ਹੈ। ਉਹਦੇ ਵਿੱਚ ਕਾਰਨ ਹੈ, ਹੁਣ ਖੱਟੜ ਸਾਹਿਬ ਦਾ ਤੁਸੀਂ ਵੀ ਬਿਆਨ ਸੁਣਿਆ ਹੋਵੇਗਾ। ਖੱਟੜ ਸਾਹਿਬ ਨੇ ਬੜਾ ਖੁੱਲ੍ਹਾ ਬਿਆਨ ਦਿੱਤਾ ਹੈ ਕਿ ਜੈਸੇ ਕੋ ਤੈਸਾ, ਠੀਕ ਹੈ। ਮਤਲਬ ਆਪਣੀ ਜਮਾਤ ਦੇ, ਬੀਜੇਪੀ ਦੇ ਲੋਕਾਂ ਦੀ ਉਹ ਕੋਈ ਮੀਟਿੰਗ ਲੈ ਰਹੇ ਸੀ, ਕਹਿੰਦੇ ਤੁਸੀਂ ਇੱਥੇ ਇੰਨੇ ਵੱਡੇ ਲੀਡਰ ਨਹੀਂ ਬਣ ਸਕਦੇ, ਜੇਕਰ ਤੁਸੀਂ ਉੱਥੇ ਜਾਂਦੇ ਹੋ, ਮਤਲਬ ਤੁਸੀਂ ਅੰਦਰ ਰਹਿ ਲੈਂਦੇ ਹੋ 6 ਮਹੀਨੇ, ਕਹਿੰਦੇ ਫਿਰ ਜ਼ਿਆਦਾ ਤੋਂ ਜ਼ਿਆਦਾ ਮਤਲਬ ਲੱਠ ਚੱਕ ਲਓ, ਲੱਠ ਉਠਾ ਲਓ, ਉनको ਮਾਰ ਦਿਓ। ਮਤਲਬ ਉਹਨਾਂ ਨੇ ਇੱਕ ਇਸ ਤਰੀਕੇ ਦੀ ਰਾਜਨੀਤੀ ਦੀ ਗੱਲ ਕੀਤੀ ਹੈ ਕਿ ਫਿਰ ਜ਼ਿਆਦਾ ਤੋਂ ਜ਼ਿਆਦਾ ਕੀ ਹੋਊਗਾ, ਅੰਦਰ ਹੋ ਜਾਓਗੇ, ਅੰਦਰੋਂ ਜਦੋਂ ਨਿਕਲੋਗੇ ਤਾਂ ਤੁਸੀਂ ਇੱਕ ਵੱਡੇ ਲੀਡਰ ਬਣ ਕੇ ਨਿਕਲੋਗੇ। ਕੀ ਇਹ ਜਿਹੜੇ ਸਾਰੇ ਲੀਡਰ ਹੈ ਇਹ ਮਤਲਬ ਇਸ ਤਰ੍ਹਾਂ ਪਨਪੇ ਹੋਏ ਆ ਜਾਂ ਇਸ ਤਰ੍ਹਾਂ ਨਿਕਲੇ ਹੋਏ ਆ ਕਿ ਇਹ ਸਾਰੇ ਦੇ ਸਾਰੇ ਇੱਕ ਤਰ੍ਹਾਂ ਗੁੰਡਾਗਰਦੀ ਹੋ ਗਈ ਨਾ ਇਹ, ਤੇ ਕੀ ਸਾਰੇ ਦੇ ਸਾਰੇ ਗੁੰਡੇ ਆ? ਮਤਲਬ ਇਹਦਾ ਮਤਲਬ ਤੁਸੀਂ ਇਹਨਾਂ ਚੀਜ਼ਾਂ 'ਚੋਂ ਖੁਦ ਨਿਕਲੇ ਹੋ। ਅਸੀਂ ਆਪਣੇ ਬੱਚੇ ਨੂੰ ਉਹ ਚੀਜ਼ ਸਿਖਾਵਾਂਗੇ ਜਿਹਦੇ 'ਚੋਂ ਅਸੀਂ ਨਿਕਲੇ ਹਾਂ, ਜੋ ਚੀਜ਼ਾਂ 'ਚ ਅਸੀਂ ਵਿਚਰ ਰਹੇ ਹਾਂ। ਤੇ ਤੁਸੀਂ ਆਪਣੀ ਜਨਤਾ ਨੂੰ, ਆਪਣੇ ਲੋਕਾਂ ਨੂੰ ਕੀ ਸਿਖਾਉਣਾ ਚਾਹੁੰਦੇ ਹੋ? ਇਹਨੂੰ ਮੈਂ ਇਸ ਕਰਕੇ ਕਹਿ ਰਹੀ ਹਾਂ ਕਿ ਇੱਕ ਗ੍ਰਹਿ ਯੁੱਧ ਦੀ ਤਿਆਰੀ ਹੋ ਰਹੀ ਹੈ ਤਾਂ ਕਿ ਸਾਰਾ ਕੁਝ ਤਹਿਸ ਨਹਿਸ ਹੋ ਜਾਏ ਤੇ ਸਿਰਫ ਇੱਕ ਡਿਕਟੇਟਰਸ਼ਿਪ ਹੋਵੇ ਹਿੰਦੁਸਤਾਨ ਦੇ ਵਿੱਚ। ਲੋਕਤੰਤਰ ਦਾ ਕੋਈ ਮਤਲਬ ਨਹੀਂ ਰਹਿ ਗਿਆ ਜੀ। ਮੈਮ, ਜਿਹੜੇ ਲੋਕਾਂ ਨੇ ਇਹ ਸਾਰਾ ਕੁਝ ਕੀਤਾ ਹੈਗਾ, ਜਿਨ੍ਹਾਂ ਦੇ ਦੋਸ਼ ਲਗਾਏ ਜਾ ਰਹੇ ਨੇ, ਹਾਲੇ ਤੱਕ ਉਹਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈਗੀ, ਇਸ ਸਭ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਗ੍ਰਿਫਤਾਰੀ ਉਹਨਾਂ ਦੀ, ਜੇ ਤੁਸੀਂ ਹੋਵੋ, ਮੈਂ ਹੋਵਾਂ ਜਾਂ ਕੋਈ ਕਾਮਨ ਕੋਈ ਬੰਦਾ ਹੋਵੇ, ਉਹਦੀ ਗ੍ਰਿਫਤਾਰੀ ਤਾਂ ਇਹ ਉਹਨੂੰ ਧਰਤੀ 'ਚ ਵੀ ਪਤਾਲ 'ਚ ਨਿਕਲ ਜਾਏ, ਕਹਿੰਦੇ ਉੱਥੋਂ ਵੀ ਲੱਭ ਲਿਆਉਂਦੇ ਆ। ਪਰ ਇਹ ਲੋਕ ਕਿਉਂ ਨਹੀਂ ਫੜੇ ਜਾਂਦੇ? ਕਿਉਂਕਿ ਦੇਖੋ, ਸੈਂਟਰ 'ਚ ਵੀ ਉਸੇ ਤਬਕੇ ਦੀ ਸਰਕਾਰ ਹੈ, यूपी 'ਚ ਵੀ ਉਸੇ ਤਬਕੇ ਦੀ ਸਰਕਾਰ ਹੈ, ਹਰਿਆਣਾ 'ਚ ਵੀ ਉਸੇ ਤਬਕੇ ਦੀ ਇੱਕ ਪਾਰਟੀ ਦੀ ਸਰਕਾਰ ਹੈ। ਸੋ ਜਦੋਂ ਤੁਹਾਨੂੰ ਇੰਨੀ ਪ੍ਰੋਟੈਕਸ਼ਨ ਹੋਵੇ, ਜਦੋਂ ਤੁਹਾਨੂੰ ਸਾਰੇ ਇਸ ਤਰ੍ਹਾਂ ਦੇ ਸਲਾਹਾਂ ਵੀ ਦੇ ਰਹੇ ਹੋਣ ਕਿ ਡੰਡੇ ਲੱਠ ਉਠਾ ਲਓ, ਤਾਂ ਫਿਰ ਤੁਸੀਂ ਕੀ ਉੱਥੇ ਉਮੀਦ ਕਰ ਸਕਦੇ ਹੋ ਕਿ ਸਾਨੂੰ ਉੱਥੇ ਕੋਈ ਇਨਸਾਫ ਇਸ ਤਰ੍ਹਾਂ ਦਾ ਮਿਲੇਗਾ? ਮੈਮ, ਪਰਿਵਾਰਾਂ ਨੂੰ ਕਿਹਾ ਗਿਆ ਸੀਗਾ ਕਿ 45 ਲੱਖ ਰੁਪਏ ਦਿੱਤਾ ਜਾਏਗਾ, ਜਿਨ੍ਹਾਂ ਦੇ ਜਿਹੜੇ ਪਰਿਵਾਰਕ ਜੀ ਇਸ ਜਾਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਆ। ਨਾਲ ਇਹ ਕਿਹਾ ਗਿਆ ਕਿ ਜਿਹੜੇ ਜ਼ਖਮੀ ਹੋਏ ਆ ਉਹਨਾਂ ਨੂੰ 10-10 ਲੱਖ ਰੁਪਏ ਦਿੱਤਾ ਜਾਏਗਾ ਤੇ ਇੱਕ ਹਫ਼ਤੇ ਦੇ ਵਿੱਚ ਜਿਹੜਾ ਹੈ ਮੁਲਜ਼ਮਾਂ ਦੀ ਗ੍ਰਿਫਤਾਰੀ ਕੀਤੀ ਜਾਏਗੀ। ਪਰ ਇੱਕ ਪਰਿਵਾਰ ਵੱਲੋਂ ਕਿਹਾ ਗਿਆ ਹੈਗਾ ਕਿ ਉਹਨਾਂ ਨੂੰ 45 ਲੱਖ ਰੁਪਏ ਨਹੀਂ ਚਾਹੀਦਾ, ਉਹਨਾਂ ਨੂੰ ਇਨਸਾਫ ਚਾਹੀਦਾ ਹੈ। ਉਹ ਫਾਂਸੀ ਚਾਹੁੰਦੇ ਆ ਉਹਨਾਂ ਮੁਲਜ਼ਮਾਂ ਦੀ, ਜਿਨ੍ਹਾਂ ਨੇ ਉਹਨਾਂ ਦੇ ਪਰਿਵਾਰਕ ਜੀਆਂ ਨੂੰ ਇਸ ਫਾਨੀ ਸੰਸਾਰ ਤੋਂ ਦੂਰ ਭੇਜ ਦਿੱਤਾ ਆ। ਇਸ ਸਭ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਪੈਸੇ ਨਾਲ ਕਿਸੇ ਦਾ ਬੱਚਾ ਚਲਾ ਗਿਆ, ਕਿਸੇ ਦਾ ਬਾਪ ਚਲਾ ਗਿਆ, ਕਿਸੇ ਦਾ ਹਸਬੈਂਡ ਚਲਾ ਗਿਆ, ਕਿਸੇ ਦਾ ਭਰਾ ਚਲਾ ਗਿਆ, ਕੀ ਉਹ 45 ਲੱਖ ਰੁਪਏ ਨਾਲ ਬੱਚਾ ਵਾਪਸ ਆ ਸਕਦਾ? ਕੀ ਫਾਦਰ ਵਾਪਸ ਆ ਸਕਦਾ? ਕੀ ਘਰ 'ਚ ਇੱਕ ਕਮਾਉਣ ਵਾਲਾ ਜਿਹੜਾ ਇੱਕ ਘਰ ਨੂੰ ਚਲਾ ਰਿਹਾ ਸੀ, ਕੀ ਉਹ ਵਾਪਸ ਆ ਸਕਦਾ? ਜੇ 45 ਲੱਖ ਨਾਲ ਉਹ ਵਾਪਸ ਆ ਸਕਦਾ ਤਾਂ ਫਿਰ ਹਰ ਬੰਦਾ 45 ਲੱਖ ਲੈਣ ਨੂੰ ਤਿਆਰ ਹੋ ਜਾਏਗਾ। ਪਰ ਕਦੇ ਵੀ ਪੈਸਿਆਂ ਨਾਲ ਕੋਈ ਬੰਦਾ ਵਾਪਸ ਨਹੀਂ ਆਉਂਦਾ ਤੇ ਪੈਸਿਆਂ ਨਾਲ ਕਿਸੇ ਵੀ ਬੰਦੇ ਦੀ ਕਮੀ ਪੂਰੀ ਨਹੀਂ ਕੀਤੀ ਜਾ ਸਕਦੀ। ਸੋ ਇਹ ਤਾਂ ਜਸਟ ਇਹਨਾਂ ਦੀਆਂ ਇੱਕ ਚੀਜ਼ਾਂ ਹੈਗੀਆਂ ਕਿ ਜਸਟ ਜਿਸ ਤਰੀਕੇ ਵੀ ਕਿਸੇ ਨੂੰ ਲੁਭਾ ਕੇ, ਕਿਸੇ ਨੂੰ ਫੁਸਲਾ ਕੇ, ਕਿਸੇ ਨੂੰ ਕੁਛ ਕਰਕੇ ਕਿ ਚਲੋ ਅਸੀਂ ਤੁਹਾਨੂੰ ਕੁਛ ਤੇ ਦੇ ਰਹੇ ਹਾਂ। ਅੱਜ ਦੇ ਜ਼ਮਾਨੇ 'ਚ ਮੈਨੂੰ ਦੱਸੋ ਕਿੰਨੀ ਕੁ ਵੈਲਿਊ ਹੈ 45 ਲੱਖ ਰੁਪਏ ਦੀ? ਠੀਕ ਹੈ। ਸੋ 45 ਲੱਖ ਤੁਸੀਂ ਕਿਸੇ ਦੇ ਸਿਰ ਦਾ ਮੁੱਲ ਨਹੀਂ ਪਾ ਸਕਦੇ। ਇਹਦਾ ਮਤਲਬ ਤੁਸੀਂ ਕਿਸਾਨਾਂ ਦੇ ਸਿਰਾਂ ਦੇ ਮੁੱਲ ਪਾਉਣ ਲੱਗ ਪਏ ਹੋ। ਕਿੰਨੇ ਕਿਸਾਨ ਉੱਥੇ ਸ਼ਹੀਦ ਹੋ ਗਏ, ਠੀਕ ਹੈ। ਅੱਧੇ ਲੋਕਾਂ ਨੂੰ ਤਾਂ ਸ਼ਾਇਦ ਮੇਰੇ ਸ਼ਹੀਦ ਕਹਿਣ 'ਤੇ ਵੀ ਇਤਰਾਜ਼ ਹੋਊਗਾ, ਕਿਉਂਕਿ ਪਹਿਲਾਂ ਕਈ ਬੋਲ ਚੁੱਕੇ ਨੇ ਇਸ ਤਰ੍ਹਾਂ ਕਿ ਉਹ ਸ਼ਹੀਦ, ਮਤਲਬ ਜਦੋਂ ਕੋਈ ਅੰਦੋਲਨਕਾਰੀ ਕਿਸੇ ਅੰਦੋਲਨ ਵਿੱਚ ਆਪਣੀ ਜਾਨ ਗਵਾਉਂਦਾ ਤਾਂ ਉਹ ਸ਼ਹਾਦਤ ਹੀ ਮੰਨੀ ਜਾਂਦੀ ਹੈ। ਜਿਹੜੇ ਬੰਦੇ ਕੋਲ 2-3 ਕਿੱਲੇ ਜ਼ਮੀਨ ਹੈ, ਉਹ ਬੰਦਾ 1 ਸਾਲ ਤੋਂ ਉੱਥੇ ਬੈਠਿਆ, ਉਹਨੂੰ ਹਰ ਵਕਤ ਇਹ ਚਿੰਤਾ ਖਾ ਰਹੀ ਹੈ ਕਿ ਸਾਡੀ ਜ਼ਮੀਨ ਬਚੇਗੀ ਕਿ ਨਹੀਂ ਬਚੇਗੀ। ਉਹਨਾਂ ਨੂੰ ਹਾਰਟ ਅਟੈਕ ਨਹੀਂ ਤੇ ਹੋਣਗੇ ਤੇ ਕੀ ਹੋਏਗਾ, ਮੈਨੂੰ ਸਮਝਾਓ ਤੁਸੀਂ। ਸੋ ਉਹ ਕਈ ਲੋਕ ਇਹ ਕਹਿੰਦੇ ਜੀ ਉਹ ਤਾਂ ਹਾਰਟ ਅਟੈਕ ਨਾਲ ਮਰ ਗਏ। ਹਾਰਟ ਅਟੈਕ ਐਵੇਂ ਨਹੀਂ ਹੁੰਦਾ, ਹਾਰਟ ਅਟੈਕ ਦੇ ਰੀਜ਼ਨਸ ਹੁੰਦੇ ਆ। ਮੈਂ ਇਹ ਸਾਰੀਆਂ ਚੀਜ਼ਾਂ ਜ਼ਿੰਦਗੀ 'ਚ ਭੁਗਤੀਆਂ ਹੋਈਆਂ, ਦੇਖੀਆਂ ਹੋਈਆਂ ਆਪਣੇ ਪਰਿਵਾਰ ਵਿੱਚ। ਸੋ ਹਾਰਟ ਅਟੈਕ ਐਵੇਂ ਨਹੀਂ ਹੁੰਦਾ। ਜਿਹੜੇ ਉੱਥੇ ਹਾਰਟ ਅਟੈਕ ਉੱਥੇ ਸਿਰਫ ਬੰਦਿਆਂ ਨੂੰ ਹਾਰਟ ਅਟੈਕ ਕਿਉਂ ਹੋ ਰਹੇ ਨੇ, ਮਤਲਬ ਉਹਨਾਂ ਦੇ ਕਾਰਨ ਇਹੀ ਨੇ ਸਾਰੇ। ਜੀ ਮੈਮ, ਬਹੁਤ ਸਾਰੇ ਲੋਕ ਜਿਹੜੇ ਆ ਕਿਸਾਨੀ ਲੀਡਰਸ਼ਿਪ ਦੇ ਉੱਤੇ ਹੁਣ ਸਵਾਲ ਚੁੱਕ ਰਹੇ ਹੈਗੇ। ਕਈ ਲੋਕਾਂ ਦਾ ਕਹਿਣਾ ਹੈਗਾ ਆ ਕਿ ਬਗਾਨੇ ਪੁੱਤ ਜਿਹੜੇ ਆ ਉਹ ਮਰ ਰਹੇ ਹੈਗੇ ਆ, ਜਿਹੜੀ ਲੀਡਰਸ਼ਿਪ ਹੈਗੀ ਆ ਉਹ ਕੋਈ ਐਸਾ ਐਕਸ਼ਨ ਨਹੀਂ ਦੇ ਰਹੀ ਹੈ ਜਿਸ ਦੇ ਨਾਲ ਇਸ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਅਜਿਹੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਕਿਸਾਨ ਅੰਦੋਲਨ ਦੇ ਜਿੰਨੇ ਵੀ ਲੀਡਰ ਨੇ, ਪ੍ਰਮੁੱਖ ਨੇ, ਉਹ ਸਾਰੇ ਬੰਦੇ 34 ਮਤਲਬ ਕੋਈ ਇੱਕ ਬੰਦਾ ਹੈੱਡ ਨਹੀਂ ਹੈਗਾ।
34 ਪਾਰਟੀਆਂ ਇਸ ਵੇਲੇ 34 ਪਾਰਟੀਆਂ ਹੈਗੀਆਂ, ਉਹ ਸਾਰਿਆਂ ਦੇ ਲੀਡਰਸ ਇਕੱਠੇ ਆ, ਉਹਨਾਂ ਸਾਰਿਆਂ ਦਾ ਇੱਕ ਮਤ ਹੁੰਦਾ ਜਿਸ ਗੱਲ ਤੇ ਉਹਦੇ ਤੇ ਉਹ ਅੱਗੇ ਆਪਣਾ ਕੋਈ ਆਪਣਾ ਅੰਦੋਲਨ ਦਾ ਜਿਹੜਾ ਅਗਲਾ ਪੱਖ ਹੈ ਉਹ ਰੱਖਦੇ ਆ। ਸੋ ਉਹਨਾਂ ਨੇ ਹੁਣ ਤੱਕ ਇਹ ਸ਼ਾਂਤਮਈ ਕਿਉਂ ਚਲਾਇਆ? ਦੇਖੋ ਲਾਠੀ ਤਾਂ ਆਪਾਂ ਜਦੋਂ ਮਰਜ਼ੀ ਚੱਕ ਲਓ, ਤਲਵਾਰ ਆਪਾਂ ਜਿਸ ਦਿਨ ਮਰਜ਼ੀ ਚੱਕ ਲਈਏ, ਬੰਦੂਕ ਆਪਾਂ ਜਿਸ ਦਿਨ ਮਰਜ਼ੀ ਚੱਕ ਲਈਏ, ਬੰਦੂਕਾਂ ਤਲਵਾਰਾਂ ਇਹਨਾਂ ਚੀਜ਼ਾਂ ਦਾ ਹੱਲ ਨਹੀਂ ਹੈਗੀਆਂ। ਕਈ ਯੰਗਸਟਰਸ ਨੇ ਮਤਲਬ ਹਰ ਇੱਕ ਬਹੁਤ ਬੰਦਿਆਂ ਨੂੰ ਗੁੱਸਾ ਵੀ ਆ ਜਾਂਦਾ, ਇੰਜ ਕਰ ਦੇਣਾ ਚਾਹੀਦਾ, ਉਹ ਕਰ ਦੇਣਾ ਚਾਹੀਦਾ, ਹੈ ਨਾ। ਸੋ ਉਹ ਆਉਂਦਾ ਗੁੱਸਾ, ਪਰ ਅਸੀਂ ਹਰ ਇੱਕ ਚੀਜ਼ ਦੇ ਜਿਹੜੇ ਉਹ ਬੰਦੇ ਨੇ ਉਹ ਬੜੇ ਸੁਲਝੇ ਹੋਏ ਲੋਕ ਨੇ ਜਿਹਨਾਂ ਨੇ ਇੰਨੇ 25 30 ਸਾਲ ਉਹਨਾਂ ਨੇ ਇਹਨਾਂ ਚੀਜ਼ਾਂ 'ਚ ਹੀ ਲੰਘਾਈ ਆ। ਸੋ ਉਹਨਾਂ ਨੇ ਹਰ ਜਿਹੜਾ ਕਦਮ ਹੈ ਕਹਿੰਦੇ ਹੁੰਦੇ ਉਹ ਫੂਕ ਕੇ ਰੱਖਣਾ। ਸੋ ਮੈਂ ਇਹ ਜ਼ਰੂਰ ਚਾਹੂੰਗੀ ਕਿ ਕਿਸਾਨੀ ਜਿਹੜੇ ਸਾਡੇ ਕਿਸਾਨ ਨੇਤਾ ਨੇ, ਲੀਡਰਸ ਨੇ, ਮਤਲਬ ਉਹ ਵੀ ਇਸ ਗੱਲ ਵੱਲ ਥੋੜ੍ਹਾ ਜਿਹਾ ਤਵੱਜੋ ਦੇਣ ਕਿ ਆਪਾਂ ਇਹਨਾਂ ਚੀਜ਼ਾਂ ਤੋਂ ਬਚਣਾ ਕਿਵੇਂ ਆ, ਆਪਣੇ ਆਪ ਨੂੰ ਹੋਰ ਮਜ਼ਬੂਤ ਕਿਵੇਂ ਬਣਾਉਣਾ। ਬਾਕੀ ਅਲਟੀਮੇਟਲੀ ਜਿਹੜਾ ਇੱਕ ਮਜ਼ਬੂਤੀ ਦਾ ਇੱਕੋ ਹੀ ਇੱਕ ਹੱਲ ਹੈ ਕਿ ਜਦੋਂ ਜਿਹੜੀ ਇਸ ਵੇਲੇ ਸਰਕਾਰ ਹੈ, ਜਿੱਥੇ ਵੀ ਇਹਨਾਂ ਦੇ ਇਲੈਕਸ਼ਨਸ ਹੁੰਦੀਆਂ ਉੱਥੇ ਅਸੀਂ ਇਹਨਾਂ ਲੋਕਾਂ ਨੂੰ ਹਰਾਈਏ ਤਾਂ ਇਹਨਾਂ ਤੋਂ ਜਿਹੜਾ ਹੈਗਾ ਛੁਟਕਾਰਾ ਉਹ ਹੋ ਸਕਦਾ। ਮੈਡਮ 11 ਦੌਰਾਂ ਦੀ ਮੀਟਿੰਗ ਹੋਈ, ਉਸ ਤੋਂ ਬਾਅਦ ਕੋਈ ਕਿਸਾਨਾਂ ਦੇ ਨਾਲ ਸਰਕਾਰ ਦਾ ਰਾਬਤਾ ਕਾਇਮ ਨਹੀਂ ਹੈਗਾ। ਸਰਕਾਰ ਦੇ ਕੰਨਾਂ ਤੇ ਕਿਹਾ ਜਾਂਦਾ ਹੈ ਕਿ ਜੂੰ ਤੱਕ ਨਹੀਂ ਸਰਕ ਰਹੀ ਹੈਗੀ। ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਇਹਨਾਂ ਕਾਨੂੰਨਾਂ ਨੂੰ ਵਾਪਸ ਕਿਉਂ ਨਹੀਂ ਲੈ ਰਹੀ ਹੈਗੀ? ਦੇਖੋ ਕਾਨੂੰਨਾਂ ਨੂੰ ਵਾਪਸ ਅਸੀਂ ਇਸ ਕਰਕੇ ਨਹੀਂ ਲੈ ਰਹੇ, ਇਹ ਬਹੁਤ ਵੱਡੀ ਖੇਡ ਹੈ, ਠੀਕ ਹੈ। ਤੁਹਾਡੇ ਪਿੱਛੇ ਜਦੋਂ ਅੰਬਾਨੀ ਅਡਾਨੀ ਵਰਗੇ ਐਡੇ ਮਗਰਮੱਛ ਬੈਠੇ ਆ, ਹੁਣ ਤੁਸੀਂ ਉਹਨਾਂ ਦੇ ਹੱਥਾਂ 'ਚ ਜਦੋਂ ਖੇਡ ਰਹੇ ਹੋ, ਜਦੋਂ ਤੁਸੀਂ ਉਹਨਾਂ 'ਚੋਂ ਪੈਸਾ ਲੈ ਕੇ ਯੂਜ਼ ਕਰ ਲਿਆ, ਜਦੋਂ ਉਹਨਾਂ ਨੇ ਤੁਹਾਨੂੰ ਇਲੈਕਸ਼ਨਾਂ ਲੜਾਤੀਆਂ, ਜਦੋਂ ਉਹਨਾਂ ਨੇ ਤੁਹਾਨੂੰ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਜਾਂ ਹੋਰ ਇੱਥੋਂ ਤੱਕ ਦੇ ਸਟੇਟਸ 'ਤੇ ਪਹੁੰਚਾਤਾ, ਫਿਰ ਤੁਸੀਂ ਉਹਨਾਂ ਦੀਆਂ ਤੁਹਾਡੀਆਂ ਅੱਖਾਂ ਉਹਨਾਂ ਅੱਗੇ ਕਦੇ ਵੀ ਇੰਜ ਕਰਕੇ ਤੁਸੀਂ ਉਹਨਾਂ ਅੱਗੇ ਗੱਲ ਨਹੀਂ ਕਰ ਸਕਦੇ। ਸੋ ਇਸ ਕਰਕੇ ਉਹਨਾਂ ਦੀਆਂ ਅੱਖਾਂ ਨੀਵੀਆਂ ਨੇ, ਉਹਨਾਂ ਨੂੰ ਜੋ ਕੁਛ ਵੀ ਮਤਲਬ ਉਹ ਕਹਿੰਦੇ ਆ ਉਹਦੇ ਮੁਤਾਬਕ ਉਹਨਾਂ ਨੂੰ ਉਸ ਗੱਲ ਤੇ ਖੜੇ ਰਹਿਣਾ ਪੈਂਦਾ। ਹੁਣ ਤੁਸੀਂ ਸਾਈਲੋਜ਼ ਕਿੰਨੀ ਦੇਰ ਪਹਿਲਾਂ ਬਣ ਗਏ, ਕਦੋਂ ਦੇ ਸਾਈਲੋਜ਼ ਬਣਿਆ, ਉਦੋਂ ਇਹ ਜਿਹੜੇ ਕਾਨੂੰਨ ਆ ਇਹ ਕਿਸੇ ਫਾਰਮ ਦੇ ਵਿੱਚ ਨਹੀਂ ਸਨ ਆਏ, ਠੀਕ ਹੈ। ਉਹ ਸਾਈਲੋਜ਼ ਕਿਉਂਕਿ ਉਹ ਇਹਨਾਂ ਨਾਲ ਕੋਈ ਸਲਾਹ ਮਸ਼ਵਰਾ ਕਰੇ ਤੋਂ ਬਿਨਾਂ ਬਾਕੀ ਸਟੇਟਾਂ ਦੇ ਵਿੱਚ ਸਾਈਲੋ ਨਹੀਂ ਬਣ ਗਏ, ਪੰਜਾਬ 'ਚ ਬਣ ਗਏ, ਹਰਿਆਣਾ 'ਚ ਬਣ ਗਏ, ਹੋਰ ਵੀ ਬਹੁਤ ਸਟੇਟਾਂ 'ਚ ਬਣ ਗਏ। ਉਹ ਉਹਨਾਂ ਨਾਲ ਉਹ ਕਿੰਨਾ ਅਰਬਾਂ ਰੁਪਈਆ ਉਹਨਾਂ ਦਾ ਖਰਚ ਹੋਇਆ। ਸੋ ਉਹ ਕਿਵੇਂ ਇਹਨਾਂ ਨੂੰ ਜਿਹੜੇ ਆਪਣੇ ਸਾਡੇ ਲੀਡਰਸ ਨੇ, ਜਿਹੜੇ ਸਾਡੇ ਚਾਹੇ ਉਹ ਪ੍ਰਧਾਨ ਮੰਤਰੀ ਨੇ, ਚਾਹੇ ਸਾਡੇ ਕੋਈ ਹੋਰ ਇਹਨਾਂ ਦੇ ਨਾਲ ਲੀਡਰਸ ਹੈਗੇ, ਉਹਨਾਂ ਨੂੰ ਸਟੈਪ ਬੈਕ ਕਿਵੇਂ ਕਰਨ ਦੇਣਗੇ, ਠੀਕ ਹੈ। ਉਹ ਸਿਰਫ ਲੜਾਈ ਇਸ ਚੀਜ਼ ਦੀ ਹੈ, ਖਿੱਚੋਤਾਣ। ਹੁਣ ਇੱਕ ਪਾਸੇ ਤੁਸੀਂ ਟੇਬਲ ਤੇ ਬਹਿ ਕੇ ਕਿਸਾਨਾਂ ਨੂੰ ਇਹ ਕਿਹਾ ਹੈਗਾ ਕਿ ਬਈ ਇਹਦੇ 'ਚੋਂ ਤੁਸੀਂ ਜੋ ਕੁਛ ਮਤਲਬ ਠੀਕ ਕਰਾਉਣਾ, ਰੈਕਟੀਫਾਈ ਕਰਾਉਣਾ ਚਾਹੁੰਦੇ ਹੋ, ਰੈਕਟੀਫਾਈ ਕਰਾ ਲਓ, ਅਸੀਂ ਉਹ ਕਰਨ ਲਈ ਤਿਆਰ ਹਾਂ। ਤੇ ਜਦੋਂ ਤੁਸੀਂ ਸਾਰਾ ਕੁਝ ਕਰਨ ਲਈ ਤਿਆਰ ਹੋ, ਤੁਸੀਂ ਉਹਨਾਂ ਵਿੱਚ ਰੱਦੋ ਬਦਲ ਕਰਨ ਲਈ ਤਿਆਰ ਹੋ ਉਹਨਾਂ ਕਾਨੂੰਨਾਂ ਦੇ ਵਿੱਚ, ਤੇ ਫਿਰ ਉਹ ਜਿਹੜਾ ਖਾਲੀ ਡੱਬਾ ਹੈ ਉਹਨੂੰ ਕੀ ਕਰਨਾ ਹੈ, ਉਹਦਾ ਕੀ ਮਕਸਦ ਹੈ, ਉਹਦੇ ਪਿੱਛੇ ਵੀ ਕੋਈ ਨਾ ਕੋਈ ਕਾਰਨ ਹੈ ਜਿਹੜਾ ਤੁਸੀਂ ਉਹ ਡੱਬੇ ਨੂੰ ਵੀ ਨਹੀਂ ਚੱਕਣਾ ਚਾਹੁੰਦੇ। ਅਦਰਵਾਈਜ਼ ਜਿੱਥੇ ਇੱਕ ਲੋਕਤੰਤਰ ਦੇ ਵਿੱਚ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਕਿਸੇ ਮੁਲਕ ਦਾ, ਉਹ ਉਸ ਮੁਲਕ ਦਾ ਪਿਤਾ ਹੁੰਦਾ, ਘਰ ਦਾ ਹੈੱਡ ਹੁੰਦਾ ਉਹ ਇੱਕ ਤਰ੍ਹਾਂ ਦਾ। ਇੱਕ ਹੁੰਦਾ ਦਾਦਾ ਪ੍ਰੈਜ਼ੀਡੈਂਟ, ਇੱਕ ਹੁੰਦਾ ਫਾਦਰ, ਤੇ ਜਿਹੜੇ ਕੰਮਕਾਰ ਸਾਰੇ ਆ ਉਹ ਫਾਦਰ ਦੇਖਦਾ ਕਿਸੇ ਵੀ ਘਰ ਦੇ। ਉਹ ਆਪਣੇ ਬੱਚਿਆਂ ਨੂੰ ਮਰਵਾਉਂਦਾ ਨਹੀਂ ਹੁੰਦਾ। ਜਦੋਂ ਤੱਕ ਤੁਸੀਂ ਬੀਜੇਪੀ ਦੇ ਲੀਡਰ ਸੀਗੇ, ਜਦੋਂ ਤੱਕ ਤੁਸੀਂ ਇਲੈਕਸ਼ਨ ਨਹੀਂ ਸੀ ਲੜਿਆ, ਉਦੋਂ ਤੱਕ ਤੁਸੀਂ ਇੱਕ ਪਾਰਟੀ ਦੇ ਨੁਮਾਇੰਦੇ ਸੀ। ਪਰ ਜਿਸ ਦਿਨ ਤੁਸੀਂ ਇਲੈਕਸ਼ਨ ਲੜ ਲਿਆ, ਇਲੈਕਸ਼ਨ ਜਿੱਤ ਲਿਆ, ਉਦੋਂ ਤੁਸੀਂ ਕਿਸੇ ਨਾ ਇੱਕ ਕੌਮ ਦੇ ਹੋਣੇ ਚਾਹੀਦੇ ਹੋ, ਨਾ ਇੱਕ ਧਰਮ ਦੇ ਹੋਣੇ ਚਾਹੀਦੇ ਹੋ, ਨਾ ਇੱਕ ਪਾਰਟੀ ਦੇ ਹੋਣੇ ਚਾਹੀਦੇ ਹੋ। ਉਸ ਦਿਨ ਤੁਸੀਂ ਇੱਕ ਮੁਲਕ ਦੇ ਪ੍ਰਧਾਨ ਮੰਤਰੀ ਹੋ, ਇੱਕ ਦੇਸ਼ ਦੇ ਪਿਤਾ ਹੋ, ਤੇ ਸਾਰਿਆਂ ਦਾ ਦੇਖਭਾਲ ਕਰਨੀ ਪੂਰੇ ਮੁਲਕ ਦੀ, ਉਹ ਤੁਹਾਡਾ ਕੰਮ ਹੈ, ਕਿਸੇ ਹੋਰ ਦਾ ਨਹੀਂ। ਸੋ ਸ਼ਾਇਦ ਇਹ ਚੀਜ਼ਾਂ ਇਹਨਾਂ ਨੂੰ ਸਮਝ ਨਹੀਂ ਆ ਰਹੀਆਂ। ਜੇ ਇੰਨਾ ਰੌਲਾ ਪੈ ਰਿਹਾ ਕਿਸਾਨਾਂ ਦਾ, ਤੇ ਤੁਸੀਂ ਕਿਉਂ ਨਹੀਂ ਉਹ ਵਾਪਸ ਲੈ ਲੈਂਦੇ, ਮੁੜ ਕੇ ਦੁਬਾਰਾ ਇੱਕ ਆਪਣਾ ਸੈਟਅਪ ਬਣਾਓ ਜਿਹਦੇ 'ਚ ਕਿਸਾਨ ਵੀ ਲਓ, ਬੁੱਧੀਜੀਵੀ ਵੀ ਲਓ, ਐਗਰੀਕਲਚਰ ਯੂਨੀਵਰਸਿਟੀ ਦੇ ਬੰਦੇ ਵੀ ਲਓ, ਉਹਨਾਂ 'ਚ ਉਹ ਸਾਰਿਆਂ ਨੂੰ ਲੈ ਕੇ ਤੁਸੀਂ ਇੱਕ ਸਹਿਮਤੀ ਦੇ ਨਾਲ ਰੂਲ ਕਾਨੂੰਨ ਬਣਾਓ ਜਿਹੜੇ ਬਣਾਉਣੇ ਆ। ਦੂਸਰਾ ਤੁਸੀਂ MSP ਜ਼ੁਬਾਨੀ ਮੈਂ ਤੁਹਾਨੂੰ ਕਹੀ ਜਾਂਦੀ ਹਾਂ ਜੀ, ਕੋਈ ਨਾ ਮੈਂ ਤੁਹਾਨੂੰ ਲੱਖ ਰੁਪਏ ਦਊਂਗੀ ਇਸ ਚੀਜ਼ ਦਾ, ਜਦੋਂ ਤੱਕ ਉਹ ਕਿਸੇ ਕਾਗਜ਼ ਤੇ ਲਿਖਿਆ ਹੀ ਨਹੀਂ ਉਦੋਂ ਤੱਕ ਉਹਦੀ ਕੀ ਵੈਲਿਊ ਹੈ, ਮੈਨੂੰ ਸਮਝਾਓ। ਕੋਈ ਵੈਲਿਊ ਹੈ ਜ਼ੁਬਾਨ ਦੀ? ਔਰ ਹਿੰਦੁਸਤਾਨ 'ਚ ਤਾਂ ਹੁਣ ਜ਼ੁਬਾਨ ਦੀ ਵੈਸੇ ਹੀ ਵੈਲਿਊ ਨਹੀਂ ਰਹੀ, ਕਿਉਂਕਿ ਕਿਸੇ ਦੀ ਜ਼ੁਬਾਨ ਇੱਥੇ ਹੈ ਹੀ ਨਹੀਂ। ਅੱਜ ਕੁਛ ਬੋਲਦੇ ਆ, ਕੱਲ ਕੁਛ ਬੋਲਦੇ ਆ।
ਠੀਕ ਹੈ। ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਜਦੋਂ ਤੱਕ ਇਹ ਆਪਣਾ ਪਰਿਵਾਰ ਨਹੀਂ ਸਮਝਦੇ, ਇਹ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਨਹੀਂ ਸਮਝਦੇ, ਉਦੋਂ ਤੱਕ ਇਹਨਾਂ ਚੀਜ਼ਾਂ ਦਾ ਹੱਲ ਨਹੀਂ ਹੁੰਦਾ। ਪਰ ਹੱਲ ਕਰਾਉਣਾ ਪਏਗਾ ਤੇ ਉਹਦੇ ਲਈ ਸਾਨੂੰ ਨਵੇਂ ਰਾਹ ਲੱਭਣੇ ਪੈਣਗੇ। ਜੀ ਮੈਡਮ, ਤੁਸੀਂ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਵੇਖਦੇ ਹੋ? ਪੰਜਾਬ ਸਰਕਾਰ ਨੇ ਕਿਹਾ ਹੈਗਾ ਕਿ ਅਸੀਂ ਮ੍ਰਿਤਕ ਦੇ ਪਰਿਵਾਰਾਂ ਨੂੰ ਜਿਹੜਾ 50-50 ਲੱਖ ਰੁਪਇਆ ਦੇਵਾਂਗੇ, ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ, ਇਹ ਮੈਂ ਜ਼ਰੂਰ ਜਿਹੜੇ ਹੁਣ ਤੱਕ ਜਿੰਨੇ ਵੀ ਹੁਣ ਤੱਕ ਦੇ ਸ਼ਹੀਦ ਹੋਏ ਆ 700 ਬੰਦਾ, ਜਿਹਦੇ ਵਿੱਚ ਅਲੱਗ-ਅਲੱਗ ਸਟੇਟਾਂ ਦੇ ਬੰਦੇ ਹੋਣਗੇ, ਪਰ ਜ਼ਿਆਦਾ ਉਹਦੇ 'ਚ ਹਾਲੇ ਵੀ ਜਿਹੜਾ ਹਿੱਸਾ ਹੈਗਾ ਉਹ ਪੰਜਾਬ ਦਾ। ਬਹੁਤ ਅੱਛੀ ਗੱਲ ਹੈ ਅਗਰ ਸਰਕਾਰ ਉਹਨਾਂ ਦੇ ਪਰਿਵਾਰਾਂ ਨੂੰ ਮਦਦ ਕਰਦੀ ਹੈ, ਠੀਕ ਹੈ, ਕਿਉਂਕਿ ਸਰਕਾਰ ਜਿਹੜੀ ਸਟੇਟ ਸਰਕਾਰ ਹੈ, ਇਹਦੇ ਹੱਥ 'ਚ ਇਸ ਵੇਲੇ ਬਹੁਤ ਕੁਝ ਸੀ, ਇਹਦੇ ਹੱਥ 'ਚ ਬਹੁਤ ਕੁਝ ਇਹ ਲੋਕ ਕਰ ਸਕਦੇ ਸੀ। ਹੁਣ ਵੀ ਹਲੇ ਇਹਨਾਂ ਕੋਲੇ 3 ਮਹੀਨੇ ਹੈਗੇ ਆ, 2.5 ਮਹੀਨੇ 2 ਮਹੀਨੇ ਹੈਗੇ ਆ, ਇਹ ਕੁਝ ਹੁਣ ਵੀ ਕਰ ਸਕਦੇ ਆ, ਪਰ ਕੋਈ ਚੀਜ਼ ਨਹੀਂ ਕਰ ਰਹੇ। ਤੁਸੀਂ ਆਪਣੀ ਸਟੇਟ 'ਚ MSP ਕਿਉਂ ਨਹੀਂ ਲਾਗੂ ਕਰਦੇ? ਜੀ, ਉਹ ਚੀਜ਼ਾਂ ਤਾਂ ਤੁਸੀਂ ਕਰ ਸਕਦੇ ਹੋ ਨਾ। ਫਿਰ ਮਤਲਬ ਤੁਸੀਂ ਉਸ ਗੱਲ ਲਈ ਸਰਕਾਰਾਂ ਨੇ ਸਾਰਿਆਂ ਪ੍ਰਾਂਤਾਂ ਦੀਆਂ ਨੇ ਕਿਉਂ ਨਹੀਂ ਰੌਲਾ ਪਾਇਆ ਕਿ ਜਿਹੜਾ ਇੱਕ ਸਬਜੈਕਟ ਹੈਗਾ, ਉਹ ਜਿਹੜਾ ਸਟੇਟ ਲਿਸਟ ਤੇ ਹੈਗਾ, ਉਹਨੂੰ ਤੁਸੀਂ ਕਿਵੇਂ ਆਪਣੀ ਮਰਜ਼ੀ ਨਾਲ ਬਦਲ ਕੇ ਸੈਂਟਰ ਲਿਸਟ ਦੇ ਵਿੱਚ ਕਿਵੇਂ ਲੈ ਕੇ ਆਏ ਹੋ? ਸੋ ਇਹਨਾਂ ਨੇ ਵੀ ਸਿਰਫ ਇੱਕ ਜਿੱਦਾਂ ਆਪਾਂ ਕਹਿੰਦੇ ਆ, ਉਹਨਾਂ ਨੂੰ ਕਿਸਾਨਾਂ ਨਾਲ ਮਿੱਠੇ ਵੀ ਰਹੇ ਤੇ ਕਿਸਾਨਾਂ ਦੇ ਹੱਕ 'ਚ ਮੇਰੇ ਹਿਸਾਬ ਨਾਲ ਕਿਸੇ ਵੀ ਪਾਰਟੀ ਨੇ ਕੁਝ ਕੀਤਾ ਵੀ ਨਹੀਂ। ਜੀ ਮੈਮ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਤੁਹਾਡਾ ਵੀ। ਮਤਲਬ ਜਿਵੇਂ ਕਹਿੰਦੇ ਹੁੰਦੇ, ਅੱਜ ਮੇਰਾ ਵੀ ਇੱਕ ਦਿਲ ਦਾ ਗੁਬਾਰ ਨਿਕਲਿਆ। ਮੈਂ ਮਤਲਬ ਐਂਡ ਦੇ ਵਿੱਚ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਭਾਰਤ ਸਰਕਾਰ ਨੂੰ, ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ, ਕਿ ਤੁਸੀਂ ਇਸ ਦੇਸ਼ ਦੇ ਪਿਤਾ ਹੋ ਤੇ ਇਸ ਦੇਸ਼ ਦੇ ਬੱਚਿਆਂ ਨੂੰ ਆਪਣੇ ਸਾਹਮਣੇ ਨਾ ਮਰਨ ਦਿਓ ਤੇ ਇਹਦਾ ਜਲਦੀ ਤੋਂ ਜਲਦੀ ਕੋਈ ਹੱਲ ਕੱਢੋ। ਮੈਨੂੰ ਉਹਨਾਂ ਨਾਲ ਵੀ ਬਹੁਤ ਨਾਰਾਜ਼ਗੀ ਹੈ। ਜਦੋਂ ਕੋਈ ਕਹਿੰਦੇ ਨਾ, ਅਮੀਰਾਂ ਦਾ ਤਾਂ ਇਹ ਕਿ ਜੇ ਕਿਸੇ ਦਾ ਕੁੱਤਾ ਮਰ ਜੇ ਤੇ ਤੁਸੀਂ ਉਹਦਾ ਵੀ ਅਫਸੋਸ ਕਰਨ ਚਲੇ ਜਾਂਦੇ ਹੋ, ਤੇ ਅੱਜ ਤੱਕ ਇਹਨਾਂ ਲੋਕਾਂ ਦੀ ਕੋਈ ਸਟੇਟਮੈਂਟ ਕਦੇ ਵੀ, ਕਿਸੇ ਕਿਸਾਨ ਦੀ ਜਦੋਂ ਡੈਥ ਹੁੰਦੀ ਹੈ, ਜਦੋਂ ਉਹਨਾਂ ਦੀ ਸ਼ਹਾਦਤ ਹੋਈ ਹੈ, ਅੱਜ ਤੱਕ ਕਿਸੇ ਵੀ ਲੀਡਰ ਦਾ ਕੋਈ ਬਿਆਨ ਉਹਨਾਂ ਚੀਜ਼ਾਂ ਤੇ ਨਹੀਂ ਆਉਂਦਾ, ਜਿਹੜਾ ਕਿ ਬਹੁਤ ਦੁਖਦਾਈ ਹੈ। ਮਤਲਬ ਤੁਹਾਡੇ ਬੱਚੇ ਹੈ, ਉਹ ਵੀ ਤੁਹਾਡੇ ਬੱਚੇ ਹੀ ਮਰੇ ਆ। ਸੋ ਇਹ ਗੱਲ ਤੁਹਾਨੂੰ ਸਿੱਖਣੀ ਹੋਏਗੀ, ਵਰਨਾ ਤੁਹਾਨੂੰ ਇੱਕ ਨਾ ਇੱਕ ਦਿਨ ਇਹ ਜਿਹੜੀ ਆਪਣੀ ਕੁਰਸੀ ਹੈ ਬਹੁਤ ਜਲਦੀ ਛੱਡਣੀ ਪਏਗੀ। ਜੀ ਦਰਸ਼ਕੋ, ਵਾਕਈ ਲੋਕਤੰਤਰ ਦੇਸ਼ ਦੇ ਵਿੱਚ ਜੇਕਰ ਕੋਈ ਰਹਿੰਦਾ ਹੈਗਾ ਤਾਂ ਉਹਨੂੰ ਹਰ ਇੱਕ ਅਧਿਕਾਰ ਹੁੰਦਾ ਹੈ, ਉਹ ਆਪਣੀ ਆਵਾਜ਼ ਨੂੰ ਚੁੱਕ ਸਕਦਾ ਆ। ਕਿਸਾਨ ਜਿਹੜੀ ਆਪਣੀ ਮੰਗਾਂ ਦੇ ਲਈ ਪ੍ਰਦਰਸ਼ਨ ਕਰ ਰਹੇ ਆ ਤੇ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਨੂੰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਹੈ, ਤਾਂ ਜੋ ਸਾਡੇ ਜਿਹੜਾ ਹੈ ਇੱਕ ਖੁਸ਼ਹਾਲ ਭਾਰਤ ਜਿਹੜਾ ਹੈ ਬਣਿਆ ਰਹਿ ਸਕੇ। ਹੁਣ ਮੈਨੂੰ ਦਮਨਪ੍ਰੀਤ ਨੂੰ ਦਿਓ ਆ ਗਿਆ। ਧੰਨਵਾਦ।